ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ। ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਮਾਲਾ ਮਨ ਕੇ ਭਾਗ ਦੂਜਾ। ਹੋਰਾਂ ਤੋਂ ਅੱਗੇ ਰਹਿਣ ਦਾ ਬੜਾ ਸਰਲ ਢੰਗ ਹੈ, ਜਲਦੀ ਸ਼ੁਰੂ ਕਰੋ। ਮਨ ਦੀਆਂ ਦੋ ਮੁੱਖ ਯੋਗਤਾਵਾਂ ਹਨ, ਸੋਚਣਾ ਅਤੇ ਯਾਦ ਰੱਖਣਾ। ਪਰਿਵਰਤਨ ਦੇ ਸਰਲ ਅਰਥ ਵਿਕਾਸ ਹਨ। ਜੇ ਪਰਿਵਰਤਨ ਵਿਗਿਆਨਕ ਸਾਧਨਾਂ ਨਾਲ ਆਏ ਤਾਂ ਇਹ ਵਿਕਾਸ ਕਹਾਉਂਦਾ ਹੈ। ਜੇ ਪਰਿਵਰਤਨ ਨਕਲ ਮਾਰ ਕੇ ਆਏ ਤਾਂ ਭਾਵੇਂ ਇਹ ਵਿਕਾਸ ਕਿਹਾ ਜਾਵੇ, ਪਰ ਇਹ ਹੁੰਦਾ ਭੇਡ ਚਾਲ ਹੈ ਜਿਹੜਾ ਥੋੜ੍ਹੇ ਜਿਹੇ ਅਰਸੇ ਵਿੱਚ ਹੀ ਲੋਪ ਹੋ ਜਾਂਦਾ ਹੈ। ਅਧਿਆਪਕਾਂ ਨੂੰ ਅਧਿਆਪਨ ਦੀ ਸਿਖਲਾਈ ਆਦਰਸ਼ ਹਾਲਤਾਂ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਦਿੱਤੀ ਜਾਂਦੀ ਹੈ, ਪਰ ਕਿਧਰੇ ਵੀ ਨਾ ਆਦਰਸ਼ ਹਾਲਤਾਂ ਹੁੰਦੀਆਂ ਹਨ, ਨਾ ਹੋਣਹਾਰ ਵਿਦਿਆਰਥੀ ਮਿਲਦੇ ਹਨ। ਲੜਕੀਆਂ ਦਿਸਣ ਵਾਸਤੇ ਅਤੇ ਲੜਕੇ ਮਿਲਣ ਵਾਸਤੇ ਸ਼ਿੰਗਾਰ ਕਰਦੇ ਹਨ। ਜਿਨ੍ਹਾਂ ਖੇਤਰਾਂ ਵਿੱਚ ਮੁਕਾਬਲੇ ਦਾ ਬੋਲਬਾਲਾ ਹੁੰਦਾ ਹੈ, ਉੱਥੇ ਨਿਮਰਤਾ, ਸਨੇਹ ਅਤੇ ਹਮਦਰਦੀ ਨਹੀਂ ਚੱਲਦੀ। ਜਿਹੜੇ ਇਲਾਕੇ ਸ਼ਾਸਤਰੀ ਸੰਗੀਤ ਦੇ ਕੇਂਦਰ ਹਨ, ਉਹ ਪਰੰਪਰਾ ਅਤੇ ਰਵਾਇਤੀ ਲਿਬਾਸ ਦੇ ਵੀ ਕੇਂਦਰ ਹੋਣਗੇ। ਦੇਸ਼ ਕੋਈ ਹੋਵੇ, ਔਰਤਾਂ ਰਾਹ ਰੋਕਣ ਦੀਆਂ ਪੁਰਸ਼ਾਂ ਦੀਆਂ ਜੁਗਤਾਂ ਲਗਭਗ ਇੱਕੋ ਜਿਹੀਆਂ ਹੁੰਦੀਆਂ ਹਨ। ਭਾਰਤ ਹਰ ਪੁਰਾਣੀ ਚੀਜ਼ ਨੂੰ ਪੁਰਾਤਨ ਸਿੱਧ ਕਰਨ ਦੇ ਰੋਗ ਤੋਂ ਪੀੜਿਤ ਹੈ। ਵਾਸਤਵ ਵਿੱਚ ਇਹ ਨਵੇਂ ਦੀ ਅਣਹੋਂਦ ਨੂੰ ਛੁਪਾਉਣ ਦਾ ਚਲਿੱਤਰ ਹੁੰਦਾ ਹੈ। ਟਿਊਸ਼ਨ ਪੜ੍ਹਾਉਣ ਵਾਲਿਆਂ ਵਿੱਚ ਵੀ ਵਿਕਾਸ ਨਹੀਂ ਵਾਪਰਦਾ। ਇਹ ਵਪਾਰੀ ਬਿਰਤੀ ਵਾਲੇ ਵਿਸ਼ਿਆਂ ਨੂੰ ਪੜ੍ਹਾਉਣ ਵਾਲੇ ਵਪਾਰੀ ਹੁੰਦੇ ਹਨ। ਇਹ ਯਾਦਗਾਰੀ, ਚਾਨਣ ਮੁਨਾਰੇ ਅਤੇ ਸਨਮਾਨਯੋਗ ਅਧਿਆਪਕ ਨਹੀਂ ਬਣਦੇ। ਹਰ ਸਮਾਜ ਅਤੇ ਦੇਸ਼ ਵਿੱਚ ਦਰਵਾਜ਼ਾ ਖੜਕਾਉਣ ਦਾ ਢੰਗ ਵੱਖਰਾ ਹੈ ਅਤੇ ਦਰਵਾਜ਼ਾ ਖੋਲ੍ਹਣ ਅਤੇ ਦਰਵਾਜ਼ੇ ਵਿੱਚ ਖਲੋਣ ਦਾ ਢੰਗ ਵੀ ਵੱਖਰਾ ਹੁੰਦਾ ਹੈ। ਅੱਜ ਕੱਲ੍ਹ ਕਿਸੇ ਦੇ ਪਾਗਲ ਹੋ ਜਾਣ ਦੀ ਖਬਰ 'ਤੇ ਸ਼ੱਕ ਨਹੀਂ ਕੀਤਾ ਜਾਂਦਾ, ਕਿਉਂਕਿ ਹਾਲਾਤ ਅਤੇ ਪਰੇਸ਼ਾਨੀਆਂ ਹਰ ਕਿਸੇ ਨੂੰ ਪਾਗਲ ਕਰਨ ਵਾਲੀਆਂ ਹਨ। ਜਦੋਂ ਤੱਕ ਗੁਆਚੇ ਬੰਦੇ ਦੀ ਲਾਸ਼ ਨਾ ਮਿਲੇ, ਘਰ ਵਾਲੇ ਉਸ ਨੂੰ ਜਿਉਂਦਾ ਸਮਝ ਕੇ ਉਡੀਕਦੇ ਰਹਿੰਦੇ ਹਨ। ਭਾਰਤ ਸੁਭਾਸ਼ ਚੰਦਰ ਬੋਸ ਨੂੰ ਅੱਜ ਵੀ ਉਡੀਕ ਰਿਹਾ ਹੈ। ਉਮਰ ਦੇ ਵਧਣ ਨਾਲ ਗੱਲਬਾਤ ਕਰਨ ਦੇ ਵਿਸ਼ੇ ਅਤੇ ਮਸਲੇ ਸੁੰਗੜਦੇ ਜਾਂਦੇ ਹਨ ਅਤੇ ਵੇਰਵੇ ਵੱਧਦੇ ਜਾਂਦੇ ਹਨ। ਸੰਤੁਲਨ ਕੁਦਰਤ ਦਾ ਬੁਨਿਆਦੀ ਆਧਾਰ ਹੈ। ਸੰਤੁਲਨ ਦੇ ਵਿਗੜਨ ਕਾਰਨ ਹੀ ਹੜ੍ਹ ਆਉਂਦੇ ਹਨ, ਤੂਫਾਨ ਅਤੇ ਸੁਨਾਮੀਆਂ ਤਬਾਹੀ ਮਚਾਉਂਦੀਆਂ ਹਨ। ਔਰਤ ਭਾਵੇਂ ਕਿਸੇ ਦੇਸ਼ ਦੀ ਹੋਵੇ, ਉਸਦੇ ਸੁਪਨੇ ਇੱਕੋ ਜਿਹੇ ਹੁੰਦੇ ਹਨ। ਜਿੱਥੇ ਇਸਤਰੀਆਂ ਨੂੰ ਵਿਕਾਸ ਕਰਨ ਅਤੇ ਸਫਲ ਹੋਣ ਦੇ ਮੌਕੇ ਮਿਲਦੇ ਹਨ, ਉੱਥੇ ਦੇਸ਼ ਨੂੰ ਖੁਸ਼ਹਾਲ ਹੋਣ ਦੇ ਅਵਸਰ ਮਿਲਦੇ ਹਨ। ਧੀ ਪੁੱਤਰ ਦਾ ਵਿਦੇਸ਼ ਜਾਣਾ ਉਂਝ ਮਹੱਤਵਪੂਰਨ ਨਹੀਂ ਹੁੰਦਾ, ਪਰ ਆਪਣੇ ਸਮਾਜ, ਦੇਸ਼ ਤੋਂ ਪਰੇ ਜਾਣ ਦਾ ਸਾਹਸ ਕਰਨਾ ਬੜਾ ਦਲੇਰ ਉਪਰਾਲਾ ਹੁੰਦਾ ਹੈ। ਜੇ ਕਿਸੇ ਲੜਕੀ ਦਾ 40 ਸਾਲ ਦੀ ਉਮਰ ਤੱਕ ਵਿਆਹ ਨਾ ਹੋਵੇ ਤਾਂ ਉਹ ਕਿਸੇ ਦੀ ਦੂਜੀ ਪਤਨੀ ਬਣਨ ਯੋਗ ਲੱਗਣ ਲੱਗ ਪੈਂਦੀ ਹੈ। ਹਾਲ ਦੁਹਾਈ ਪਾਉਣ ਨਾਲ ਅਸੀਂ ਆਪਣੀਆਂ ਕਮਜ਼ੋਰੀਆਂ ਹੀ ਪ੍ਰਗਟਾਉਂਦੇ ਹਾਂ। ਚੰਗੇ ਮੌਕੇ ਵਿੱਚ ਸਫਲਤਾ ਦੀ ਆਸ ਅਤੇ ਅਸਫਲਤਾ ਦਾ ਡਰ ਦੋਵੇਂ ਹੁੰਦੇ ਹਨ। ਇੱਕ ਪਾਸੇ ਵਾਲਾ ਸਿੱਕਾ ਕੋਈ ਨਹੀਂ ਹੁੰਦਾ। ਕੇਵਲ ਦੁੱਖਾਂ ਵਾਲਾ ਜੀਵਨ ਕੋਈ ਨਹੀਂ ਹੁੰਦਾ। ਕੇਵਲ ਜਿੱਤਾਂ ਵਾਲੀ ਖੇਡ ਕੋਈ ਨਹੀਂ ਹੁੰਦੀ। ਵਿਆਹ ਸੰਬੰਧੀ ਬਹੁਤੇ ਲਤੀਫੇ ਪੁਰਸ਼ ਦ੍ਰਿਸ਼ਟੀਕੋਣ ਨੂੰ ਪ੍ਰਗਟਾਉਂਦੇ ਹਨ। ਮੰਗਣੀ ਤੋਂ ਮਗਰੋਂ ਅਤੇ ਵਿਆਹ ਤੋਂ ਪਹਿਲਾਂ ਦੋਹਾਂ ਪਰਿਵਾਰਾਂ ਲਈ ਜ਼ਮੀਨ ਤਿਲਕਮੀ ਹੋ ਜਾਂਦੀ ਹੈ। ਦੋਵੇਂ ਸੋਚ-ਸੋਚ ਕੇ ਕਦਮ ਰੱਖਦੇ ਹਨ। ਗ੍ਰੰਥ ਪ੍ਰਤੀ ਸਤਿਕਾਰ ਦਾ ਭਾਵ ਹੈ ਕਿ ਉਸ ਬਾਰੇ ਬਹਿਸ ਸੰਭਵ ਨਹੀਂ। ਬਾਕਸਿੰਗ ਵਿੱਚ ਡਰ ਮੁੱਕ ਜਾਂਦਾ ਹੈ, ਕਿਉਂਕਿ ਮਾਰ ਖਾਣੀ ਆ ਜਾਂਦੀ ਹੈ। ਦੂਜਿਆਂ ਦੇ ਨਿੱਜੀ ਮਾਮਲਿਆਂ ਵਿੱਚ ਸੁਹਿਰਦ ਦਿਲਚਸਪੀ ਲੈਣ ਨਾਲ ਰਿਸ਼ਤੇ ਬਣਦੇ ਹਨ, ਸਬੰਧ ਉਸਰਦੇ ਹਨ। ਜੇ ਰਿਸ਼ਤੇਦਾਰਾਂ 'ਤੇ ਟਿੱਪਣੀ ਨਾ ਕੀਤੀ ਜਾਵੇ ਤਾਂ ਸਬੰਧ ਸੁਖਾਵੇਂ ਰਹਿੰਦੇ ਹਨ।
ਇਸਤਰੀ ਸਿਆਣੀ ਹੁੰਦੀ ਹੈ, ਉਹ ਵੀ ਸੋਚ ਸਕਦੀ ਹੈ ਅਤੇ ਫੈਸਲਾ ਕਰ ਸਕਦੀ ਹੈ, ਪਰ ਸ਼ਾਂਤੀ ਲਈ ਉਹ ਪਤੀ ਦੀ ਅਕਲ ਤੇ ਨਿਰਭਰ ਕਰਦੀ ਹੈ। ਭਾਰਤ ਹੀ ਨਹੀਂ, ਸਾਰੇ ਗਰੀਬ ਦੇਸ਼ ਪੱਛਮ ਦੀ ਨਕਲ ਮਾਰ ਰਹੇ ਹਨ। ਸਕੂਲ ਪੜ੍ਹਦੇ ਲਾਡਲੇ ਦੀ ਨਿਸ਼ਾਨੀ, ਸਕੂਲ ਦੀ ਬੱਸ ਆ ਜਾਵੇਗੀ, ਲਾਡਲਾ ਤਿਆਰ ਨਹੀਂ ਹੋਵੇਗਾ, ਮਾਂ ਜਾਂ ਪਿਤਾ ਸਕੂਲ ਛੱਡ ਕੇ ਆਉਣਗੇ। ਪੁਰਸ਼ਾਂ ਵਿੱਚ ਕਮਾਉਣ ਦੀ, ਇਸਤਰੀਆਂ ਵਿੱਚ ਬਚਾਉਣ ਦੀ, ਬੱਚਿਆਂ ਵਿੱਚ ਖਰਚਣ ਦੀ, ਰਿਸ਼ਤੇਦਾਰਾਂ ਵਿੱਚ ਉਧਾਰ ਮੰਗਣ ਦੀ ਅਤੇ ਬਜ਼ੁਰਗਾਂ ਵਿੱਚ ਸਾਂਭਣ ਦੀ ਸੁਭਾਵਕ ਪ੍ਰਵਿਰਤੀ ਹੁੰਦੀ ਹੈ। ਜੋ ਨਾਰੀ ਲਈ ਚੰਗਾ ਹੁੰਦਾ ਹੈ, ਉਹ ਸਮਾਜ ਲਈ ਵੀ ਚੰਗਾ ਹੁੰਦਾ ਹੈ। ਪੁਰਾਣੇ ਜ਼ਮਾਨੇ ਵਿੱਚ ਰਾਜੇ ਉੱਚੀ ਜਾਤ ਵਾਲੀਆਂ ਨੂੰ ਬੇਗਮਾਂ ਅਤੇ ਨੀਵੀਂ ਜਾਤ ਵਾਲੀਆਂ ਨੂੰ ਰਖੇਲਾਂ ਬਣਾਉਂਦੇ ਸਨ। ਹੋਸਟਲਾਂ ਵਿੱਚ ਖਾਣਾ ਕੰਮ ਚਲਾਊ ਹੁੰਦਾ ਹੈ, ਪਰ ਰਲ ਕੇ ਖਾਦਿਆਂ, ਗੱਪਾਂ ਮਾਰਦਿਆਂ ਖਾਣੇ ਦੀ ਬੇਸੁਆਦੀ ਵੱਲ ਧਿਆਨ ਨਹੀਂ ਜਾਂਦਾ। ਜੀਵਨ ਪੱਧਰ ਤਾਂ ਉੱਚਾ ਹੋਵੇਗਾ ਜੇ ਆਪਣੇ ਵਸੀਲਿਆਂ ਨਾਲ ਕੀਤਾ ਜਾਵੇ। ਮਨੁੱਖ ਆਖਦਾ ਆਪਣੇ ਆਪ ਨੂੰ ਵਿਗਿਆਨਕ, ਤਰਕਸ਼ੀਲ ਅਤੇ ਸੂਝਵਾਨ ਹੈ, ਪਰ ਨਿਰਣੇ ਅਕਸਰ ਭਾਵਨਾਵਾਂ ਅਧੀਨ ਕਰਦਾ ਹੈ। ਆਪਣੇ ਭਰਾਵਾਂ ਨੂੰ ਮੌਤ ਦੇ ਘਾਟ ਉਤਾਰਨ ਵਾਲਾ, ਆਪਣੇ ਪਿਓ ਤੋਂ ਤਖਤ ਖੋਹ ਕੇ ਉਸ ਨੂੰ ਕੈਦ ਵਿੱਚ ਰੱਖਣ ਵਾਲਾ ਔਰੰਗਜ਼ੇਬ ਆਪਣੇ ਪੁੱਤਰਾਂ ਨੂੰ ਨੇੜੇ ਨਹੀਂ ਸੀ ਲੱਗਣ ਦਿੰਦਾ, ਪਰ ਉਹ ਧਰਮ ਕਰਮ ਵਿੱਚ ਬੜਾ ਪੱਕਾ ਸੀ। ਕਿਹਾ ਜਾਂਦਾ ਹੈ ਕਿ ਉਹ ਆਦਰਸ਼ ਮੁਸਲਮਾਨ ਸੀ। ਸ਼ੱਕੀ ਸੁਭਾਅ ਵਾਲਾ ਵਿਅਕਤੀ ਕੁਝ ਨੂੰ ਆਪਣੇ ਦੁਸ਼ਮਣ ਸਮਝਦਾ ਹੈ ਅਤੇ ਬਾਕੀਆਂ ਨੂੰ ਆਪਣੇ ਦੁਸ਼ਮਣ ਬਣਾ ਲੈਂਦਾ ਹੈ। ਆਮ ਸੂਝ-ਬੂਝ ਸਿੱਖਿਆ ਨਾਲੋਂ ਵਧੇਰੇ ਮਹੱਤਵਪੂਰਨ ਹੁੰਦੀ ਹੈ। ਆਮ ਸੂਝ-ਬੂਝ ਤੋਂ ਬਿਨਾਂ ਸਿੱਖਿਆ ਸੰਭਵ ਨਹੀਂ ਹੁੰਦੀ। ਸਮੁੰਦਰ ਗਹਿਰਾਈ ਅਤੇ ਵਿਸ਼ਾਲਤਾ ਕਾਰਨ ਪ੍ਰਭਾਵਿਤ ਕਰਦਾ ਹੈ। ਦਰਿਆ ਨਿਰੰਤਰ ਵਗਦੇ ਰਹਿਣ ਕਾਰਨ ਚੰਗਾ ਲੱਗਦਾ ਹੈ। ਝੀਲ ਟਿਕੇ ਹੋਣ ਕਾਰਨ ਪ੍ਰਸੰਨ ਕਰਦੀ ਹੈ। ਝਰਨਾ ਆਪਣੇ ਭਰੇ ਹੋਣ ਅਤੇ ਡੁੱਲਣ ਦੀ ਉਦਾਰਤਾ ਨਾਲ ਹਰ ਕਿਸੇ ਦਾ ਧਿਆਨ ਖਿੱਚਦਾ ਹੈ। ਇਹ ਸਾਰੇ ਜ਼ਿੰਦਗੀ ਦੇ ਹੁਲਾਰੇ ਹਨ। ਉਦਾਸੀ ਵਿੱਚ ਇਹਨਾਂ ਦੀ ਸ਼ਰਨ ਲਓ। ਕਈ ਲੇਖਕਾਂ ਦੀਆਂ ਰਚਨਾਵਾਂ ਵਿੱਚੋਂ ਘੁਰਾੜੇ ਸੁਣਾਈ ਦਿੰਦੇ ਹਨ। ਬੁਢਾਪੇ ਵਿੱਚ ਵਰਤਮਾਨ ਹੀ ਭਵਿੱਖ ਹੁੰਦਾ ਹੈ। ਕੋਈ ਸੁਪਨਾ ਪੂਰਾ ਹੋਣ ਤੇ ਸੁਪਨੇ ਵਿੱਚ ਨੁਕਸ ਦਿਸਣ ਲੱਗ ਪੈਣਗੇ। ਕਈ ਸ਼ੀਸ਼ੇ ਅੱਗੇ ਅੱਖਾਂ ਬੰਦ ਕਰਕੇ ਇਹ ਵੇਖਣ ਲਈ ਖਲੋਂਦੇ ਹਨ ਕਿ ਉਹ ਸੁੱਤਿਆਂ ਕਿਹੋ ਜਿਹੇ ਲੱਗਦੇ ਹਨ। ਇਸਤਰੀ ਪੁਰਸ਼ ਇੱਕ ਦੂਜੇ ਦੇ ਜਿੰਦਰੇ ਦੀ ਚਾਬੀ ਹੁੰਦੇ ਹਨ। ਜੇ ਬੱਚੇ ਨੂੰ ਛੁਰੀ ਅਤੇ ਕੈਂਚੀ ਵਰਤਣੀ ਆ ਜਾਵੇ ਤਾਂ ਉਸ ਨੂੰ ਸਿਆਣਾ ਸਮਝੋ। ਇੱਕ ਪੜਾਅ ਤੇ ਬੱਚੇ ਮਾਪਿਆਂ ਦੀਆਂ ਸੋਚੀਆਂ ਵਿਉਂਤਾਂ ਵਿੱਚੋਂ ਨਿਕਲ ਕੇ ਆਪਣੀਆਂ ਵਿਉਂਤਾਂ ਬਣਾਉਣ ਲੱਗ ਪੈਂਦੇ ਹਨ। ਬੋਲਣ ਵਾਲੀ ਪੰਜਾਬੀ ਪਾਕਿਸਤਾਨ ਚਲੀ ਗਈ ਹੈ, ਲਿਖਣ ਵਾਲੀ ਇੱਧਰ ਆ ਗਈ ਹੈ। ਪੰਜਾਬੀ ਬੋਲੀ ਉੱਧਰ ਜਾਂਦੀ ਹੈ, ਲਿਖੀ ਇੱਧਰ ਜਾਂਦੀ ਹੈ। ਧਰਮ ਦਾ ਉਪਦੇਸ਼ ਹੈ, ਕੁਝ ਨਾ ਮੰਗੋ, ਸਭ ਕੁਝ ਮਿਲੇਗਾ। ਜਦੋਂ ਪੁਰਸ਼ ਇਸਤਰੀ ਲਈ ਤਾਂਘਦਾ ਹੈ ਤਾਂ ਪਤਾ ਨਹੀਂ ਉਹ ਕੀ ਲੱਗਦਾ ਹੈ, ਪਰ ਉਹ ਸਿਆਣਾ ਬਿਲਕੁਲ ਨਹੀਂ ਲੱਗਦਾ। ਭਾਸ਼ਣ 3 ਪ੍ਰਕਾਰ ਦਾ ਹੁੰਦਾ ਹੈ, ਜਿਹੜਾ ਦਿੱਤਾ, ਜਿਹੜਾ ਤਿਆਰ ਕੀਤਾ, ਜਿਹੜਾ ਦੇਣਾ ਚਾਹੀਦਾ ਸੀ। ਕਰਜ਼ੇ ਨਾਲ ਲਈਆਂ ਚੀਜ਼ਾਂ ਕਰਜ਼ਾ ਮੋੜਨ ਸਮੇਂ ਭੈੜੀਆਂ ਲੱਗਦੀਆਂ ਹਨ। ਸ਼ਰਮ ਉਹ ਭਾਵਨਾ ਹੁੰਦੀ ਹੈ ਜਿਹੜੀ ਕਿਸੇ ਬੰਦੇ ਵੱਲੋਂ ਕੋਈ ਗਲਤੀ ਕਰਨ ਉਪਰੰਤ ਸਜ਼ਾ ਮਿਲਣ ਤੋਂ ਪਹਿਲਾਂ ਉਪਜਦੀ ਹੈ। ਸ਼ਰੀਫ ਆਦਮੀ ਆਦਮੀ ਹੀ ਨਹੀਂ ਹੁੰਦਾ, ਆਦਮੀ ਨਾਲੋਂ ਕੁਝ ਵੱਧ ਵੀ ਹੁੰਦਾ ਹੈ। ਜੋ ਜਿਉਂਦੇ ਜੀ ਅਮਰ ਹੋ ਜਾਂਦੇ ਹਨ, ਉਹ ਵੀ ਮਰਨ ਲਈ ਤਿਆਰ ਨਹੀਂ ਹੁੰਦੇ। ਬਹਿਸ ਕਿਸੇ ਬਾਰੇ ਹੋਵੇ, ਉਹ ਕਿਸੇ ਨਾ ਕਿਸੇ ਰੂਪ ਵਿੱਚ ਪੈਸੇ ਨਾਲ ਜੁੜ ਜਾਂਦੀ ਹੈ। ਜੋ ਅਸੀਂ ਨਿੰਬੂ ਨਾਲ ਕਰਦੇ ਹਾਂ, ਉਹੀ ਨਸ਼ੇ ਸਾਡੇ ਸਰੀਰ ਨਾਲ ਕਰਦੇ ਹਨ। ਅਕਲ ਤੈਰਦੀ ਰਹਿੰਦੀ ਹੈ, ਮੂਰਖਤਾ ਡੁੱਬ ਜਾਂਦੀ ਹੈ, ਡੋਬ ਦਿੰਦੀ ਹੈ। ਤੁਸੀਂ ਬਹੁਤ ਸੁੰਦਰ ਹੋ। ਕੀ ਕਿਹਾ? ਸੁਣਿਆ ਨਹੀਂ, ਦੁਬਾਰਾ ਕਹੋ।
ਮਤਲਬ ਹੈ ਕਿ ਸੁਣ ਤਾਂ ਲਿਆ ਹੈ, ਦੁਬਾਰਾ ਸੁਣਨਾ ਚਾਹੁੰਦੀ ਹਾਂ। ਹਰ ਕਿਸੇ ਦਾ ਅਸਲੀ ਨਾਂ ਮੈਂ ਹੁੰਦਾ ਹੈ। ਸਧਾਰਨ ਲੋਕਾਂ ਦੀਆਂ ਮੂਰਖਤਾਵਾਂ ਦਿਸ ਪੈਂਦੀਆਂ ਹਨ। ਡਾਕਟਰਾਂ ਦੀਆਂ ਮੂਰਖਤਾਵਾਂ ਨੂੰ ਕਬਰਾਂ ਅਤੇ ਹਾਕਮਾਂ ਦੀਆਂ ਮੂਰਖਤਾਵਾਂ ਨੂੰ ਨਾਅਰੇ ਢੱਕ ਲੈਂਦੇ ਹਨ। ਛਾਤੀ ਤੇ ਜਿੱਥੇ ਗੋਲੀ ਲੱਗਦੀ ਹੈ ਉੱਥੇ ਹੀ ਤਮਗੇ ਲੱਗਦੇ ਹਨ। ਬਚਪਨ ਵਿੱਚ ਹਾਥੀ ਨੂੰ ਪਤਲੀ ਜਿਹੀ ਸੰਗਲੀ ਨਾਲ ਦਰਖਤ ਨਾਲ ਬੰਨ੍ਹਿਆ ਜਾਂਦਾ ਹੈ। ਕੋਸ਼ਿਸ਼ ਕਰਦਾ ਹੈ ਪਰ ਛੁੱਟਦਾ ਨਹੀਂ। ਫਿਰ ਛੁੱਟਣ ਦੀ ਕੋਸ਼ਿਸ਼ ਹੀ ਬੰਦ ਕਰ ਦਿੰਦਾ ਹੈ। ਪਰੰਪਰਾ ਨਾਲ ਬੰਨ੍ਹਿਆ ਮਨੁੱਖ ਵੀ ਇਵੇਂ ਹੀ ਕਰਦਾ ਹੈ। ਕਨਫਿਊਸ਼ੀਅਸ ਚੀਨ ਦਾ ਅਤੇ ਚਾਣਕੀਏ ਭਾਰਤ ਦਾ ਅਣਐਲਾਨਿਆ ਸਰਕਾਰੀ ਫਿਲਾਸਫਰ ਸੀ। ਇਹਨਾਂ ਦੇ ਸਾਰੇ ਵਿਚਾਰ ਲੋਕਾਂ ਨੂੰ ਹਾਕਮਾਂ ਦੇ ਆਗਿਆਕਾਰ ਅਤੇ ਵਫ਼ਾਦਾਰ ਬਣਾਉਣ ਵਾਲੇ ਹਨ। ਜਿਸ ਨੂੰ 1.5 ਸਦੀ ਮਹਾਨ ਬਰਤਾਨੀਆ ਕਿਹਾ ਜਾਂਦਾ ਰਿਹਾ ਹੈ, ਉਸ ਨਾਲੋਂ ਮਹਾਨ ਲਹਿੰਦਾ ਜਾ ਰਿਹਾ ਹੈ। ਆਲੋਚਨਾ ਨਾਲ ਚਿੜ ਜਾਣਾ ਸਬੂਤ ਹੁੰਦਾ ਹੈ ਕਿ ਆਲੋਚਨਾ ਸਹੀ ਹੈ। ਪ੍ਰੇਮਿਕਾ ਆਪਣੀ ਸੁੰਦਰਤਾ ਅਤੇ ਅਦਾਵਾਂ ਨਾਲ ਪ੍ਰੇਮੀ ਦੀ ਸੂਝ-ਬੂਝ ਅਤੇ ਉਸ ਦਾ ਅਨੁਭਵ ਘੇਰਾ ਵਿਸ਼ਾਲ ਕਰਦੀ ਹੈ। ਵਰਤ ਰੱਖਣ ਦਾ ਉਦੇਸ਼ ਸੰਜਮ ਰਾਹੀਂ ਮਨੋਬਲ ਵਧਾਉਣਾ ਹੁੰਦਾ ਹੈ। ਕਈ ਤਹਿਆਂ ਪਰਤਾਂ ਵਾਲਾ ਹੋਣ ਕਰਕੇ ਮਿਸਰੀ ਸਭਿਅਤਾ ਵਿੱਚ ਪਿਆਜ਼ ਨੂੰ ਜੀਵਨ ਦਾ ਪ੍ਰਤੀਕ ਸਮਝਿਆ ਜਾਂਦਾ ਹੈ। ਭਾਰਤ ਵਿੱਚ ਬਾਬਰ ਤੋਂ ਬਹਾਦਰ ਸ਼ਾਹ ਜ਼ਫਰ ਤੱਕ ਦਾ ਇਤਿਹਾਸ ਦੱਸਦਾ ਹੈ ਕਿ ਬਾਦਸ਼ਾਹੀਆਂ ਕਿਵੇਂ ਉਸਰਦੀਆਂ ਅਤੇ ਨਿੱਘਰਦੀਆਂ ਹਨ। ਪਿਆਰ ਅਤੇ ਮੂਰਖਤਾ ਵਿੱਚ ਕੇਵਲ ਨਾਂ ਦਾ ਹੀ ਅੰਤਰ ਹੁੰਦਾ ਹੈ। ਛੜੇ ਨੂੰ ਕਦੇ ਵਿਆਹ ਦਾ ਵਿਚੋਲਾ ਨਹੀਂ ਬਣਾਇਆ ਜਾਂਦਾ। ਬੀਥੋਵਨ ਈਸਾਈ ਜਗਤ ਦਾ ਪਹਿਲਾ ਸੰਗੀਤਕਾਰ ਸੀ ਜਿਸ ਨੇ ਪੱਛਮੀ ਸੰਗੀਤ ਦਾ ਰੁਖ ਮਨੁੱਖ ਅਤੇ ਸਮਾਜ ਵੱਲ ਮੋੜਿਆ। ਉਸ ਤੋਂ ਪਹਿਲਾਂ ਸਮੁੱਚਾ ਸੰਗੀਤ ਧਰਮ ਅਤੇ ਰੱਬ ਕੇਂਦਰਿਤ ਸੀ। ਪਿਆਰ ਦੀ ਦੁਨੀਆ ਵਿੱਚ ਅਕਲ ਭਾਵੇਂ ਕਿਤਨੀਆਂ ਹੀ ਦੁਹਾਈਆਂ ਪਾਏ, ਤਰਲੇ ਕਰੇ, ਪਰ ਚਲਦੀ ਦਿਲ ਦੀ ਹੀ ਹੈ। ਮਨੋਵਿਗਿਆਨ ਅਨੁਸਾਰ ਅਜੋਕੇ ਯੁੱਗ ਵਿੱਚ ਹਰ ਕੋਈ ਮਾਨਸਿਕ ਰੋਗੀ ਹੈ। ਪੁਰਾਣੀਆਂ ਜਿੱਤਾਂ ਅਤੇ ਪ੍ਰਾਪਤੀਆਂ ਨਵੀਆਂ ਜਿੱਤਾਂ ਦੀ ਗਰੰਟੀ ਨਹੀਂ ਹੁੰਦੀਆਂ। ਹਰ ਜੱਦੋ-ਜਹਿਦ ਨਵੇਂ ਪੈਂਤੜੇ ਦੀ ਮੰਗ ਕਰਦੀ ਹੈ। ਵਿਧਵਾਵਾਂ ਨੇ ਜਿਉਣਾ ਭਵਿੱਖ ਵਿੱਚ ਹੁੰਦਾ ਹੈ, ਪਰ ਉਹ ਸਾਹ ਅਤੀਤ ਵਿੱਚ ਰਹਿੰਦੀਆਂ ਹਨ। ਲੋਕ ਉਹਨਾਂ ਨੂੰ ਬਾਹਰੋਂ ਵੇਖਦੇ ਹਨ, ਪਰ ਹਨੇਰਾ ਅੰਦਰ ਹੁੰਦਾ ਹੈ। ਜੇ ਸੁਰੱਖਿਆ ਨਹੀਂ ਹੈ ਤਾਂ ਸੁੱਖਾਂ ਸਹੂਲਤਾਂ ਨੂੰ ਮਾਣਿਆ ਨਹੀਂ ਜਾ ਸਕਦਾ। ਵਿਸ਼ਵ ਭਰ ਵਿੱਚ ਰਿਵਾਜ ਰਿਹਾ ਹੈ ਕਿ ਪਤਵੰਤੇ ਪਰਿਵਾਰਾਂ ਨੂੰ ਲੜਾਈ ਪੜ੍ਹਾਈ ਵਿੱਚ ਨਹੀਂ ਮਾਰਨਾ ਚਾਹੀਦਾ। ਯੂਨਾਨ ਦੇ ਚਿੱਤਰਾਂ ਵਿੱਚ ਮਰ ਗਿਆਂ ਨੂੰ ਯੁੱਧ ਦੇ ਮੈਦਾਨ ਵਿੱਚ ਲੜਦਿਆਂ ਜਾਂ ਖੇਡ ਦੇ ਮੈਦਾਨ ਵਿੱਚ ਦੌੜਦਿਆਂ ਵਿਖਾਇਆ ਜਾਂਦਾ ਸੀ। ਬਿਮਾਰ ਪੈ ਕੇ ਮਰਨ ਵਾਲਿਆਂ ਨੂੰ ਸਨਮਾਨਯੋਗ ਨਹੀਂ ਸੀ ਸਮਝਿਆ ਜਾਂਦਾ। ਕਿਸੇ ਨੂੰ ਚੁੰਮਣ ਵੇਲੇ ਸਮੇਂ ਅਤੇ ਸਥਾਨ ਤੋਂ ਮੁਕਤ ਹੋਣ ਦੇ ਅਨੁਭਵ ਲਈ ਅੱਖਾਂ ਆਪੇ ਬੰਦ ਹੋ ਜਾਂਦੀਆਂ ਹਨ। ਦੋਸਤੀ ਪਿਆਰ ਨਾਲੋਂ ਵੀ ਵਧੇਰੇ ਸੁਖਦਾਈ ਰਿਸ਼ਤਾ ਹੁੰਦਾ ਹੈ। ਪਿਆਰ ਵਿੱਚ ਕਬਜ਼ੇ ਦੀ ਭਾਵਨਾ ਅਤੇ ਸਾੜਾ ਹੁੰਦਾ ਹੈ। ਆਤਮਘਾਤ ਵੀ ਹੁੰਦੇ ਹਨ। ਮਿਲਣ ਦੀਆਂ ਰੁਕਾਵਟਾਂ ਹੁੰਦੀਆਂ ਹਨ, ਪਰ ਦੋਸਤੀ ਵਿੱਚ ਅਜਿਹੇ ਖਤਰੇ ਨਹੀਂ ਹੁੰਦੇ। ਇੰਗਲੈਂਡ ਦੇ ਬਾਦਸ਼ਾਹ ਐਡਵਰਡ 8ਵੇਂ ਨੇ ਇੱਕ ਵਿਧਵਾ ਨਾਲ ਵਿਆਹ ਕਰਵਾਉਣ ਵਾਸਤੇ ਇੰਗਲੈਂਡ ਦਾ ਤਖ਼ਤ ਤਿਆਗ ਦਿੱਤਾ ਸੀ, ਕਿਉਂਕਿ ਉਸ ਕੋਲ ਤਿਆਗਣ ਲਈ ਹੋਰ ਕੁਝ ਹੈ ਹੀ ਨਹੀਂ ਸੀ। ਜ਼ਿੰਦਗੀ ਦੀਆਂ ਠਿੱਬੀਆਂ ਖਾਓ, ਸਿੱਧਾ ਤੁਰਨਾ ਆ ਜਾਵੇਗਾ। ਇੱਕ ਵਿਅਕਤੀ ਨੇ ਪਾਣੀ ਲੱਭਣ ਲਈ ਕਈ ਟੋਏ ਪੁੱਟੇ, ਮਗਰੋਂ ਸਮਝ ਆਈ ਕਿ ਜੇ ਇੱਕ ਹੀ ਟੋਆ ਪੁੱਟਦਾ ਰਹਿੰਦਾ ਤਾਂ ਪਾਣੀ ਮਿਲ ਜਾਣਾ ਸੀ। ਜੀਵਨ ਵਿੱਚ ਸਫਲ ਹੋਣ ਦਾ ਠੇਕਾ ਨਾ ਲਿਆ ਜਾਂਦਾ ਹੈ, ਨਾ ਮਿਲਦਾ ਹੈ। ਪੌੜੀ ਭਾਵੇਂ ਮੰਗਵੀਂ ਹੋਵੇ, ਚੜ੍ਹਨਾ ਆਪ ਹੀ ਪਏਗਾ। ਗਲਤਫਹਿਮੀਆਂ ਨੂੰ ਨਜ਼ਰਅੰਦਾਜ਼ ਕਰਨ ਦੀ ਯੋਗਤਾ ਪੁਰਾਣੇ ਅਤੇ ਨਿੱਘੇ ਰਿਸ਼ਤਿਆਂ ਵਿੱਚ ਹੀ ਹੁੰਦੀ ਹੈ।
ਚਮਕਦੀ ਤੋਪ ਤੋਂ ਨਾ ਡਰੋ, ਮੈਲੀ ਤੋਂ ਡਰੋ। ਨਵੀਨਤਾ ਦੀਆਂ ਚਾਹਵਾਨ ਇਸਤਰੀਆਂ ਨਵੇਂ ਕੱਪੜਿਆਂ ਅਤੇ ਗਹਿਣਿਆਂ ਦੇ ਨਾਲ-ਨਾਲ ਨਵੇਂ ਰਿਸ਼ਤਿਆਂ ਦੀਆਂ ਵੀ ਚਾਹਵਾਨ ਹੁੰਦੀਆਂ ਹਨ। ਝੂਠ ਬੋਲਣ ਵਾਲੇ ਦੇ ਵਾਕਾਂ ਵਿੱਚ ਤਾਲਮੇਲ ਨਹੀਂ ਹੁੰਦਾ। ਹਿੰਦੀ ਪੰਜਾਬੀ ਦੀ ਮਾਸੀ ਅਤੇ ਅੰਗਰੇਜ਼ੀ ਪੰਜਾਬੀ ਦੀ ਆਂਟੀ ਹੈ। ਕਈ ਬਾਦਸ਼ਾਹਾਂ ਦੀਆਂ ਰਖੇਲਾਂ ਇਤਨੀਆਂ ਸ਼ਕਤੀਸ਼ਾਲੀ ਹੁੰਦੀਆਂ ਸਨ ਕਿ ਬਾਦਸ਼ਾਹ ਡਰਨ ਲੱਗ ਪੈਂਦੇ ਸਨ ਕਿ ਕਿਧਰੇ ਰਖੇਲ ਨਾਰਾਜ਼ ਨਾ ਹੋ ਜਾਵੇ। ਅਜਿਹੀ ਸਥਿਤੀ ਵਿੱਚ ਉਸ ਬਾਦਸ਼ਾਹੀ ਦਾ ਪਤਨ ਆਰੰਭ ਹੁੰਦਾ ਸੀ। ਆਸ਼ਕਾਂ ਤੇ ਪਾਗਲਾਂ ਦੇ ਦਿਮਾਗ ਇੱਕੋ ਜਿਹੀਆਂ ਗਲਤੀਆਂ ਕਰਦੇ ਹਨ। ਮਨਾਹੀਆਂ ਅਤੇ ਪਾਬੰਦੀਆਂ ਕਾਰਨ ਕੁੜੀਆਂ ਦੀ ਸੂਝ-ਬੂਝ ਮੁੰਡਿਆਂ ਦੀ ਸੂਝ-ਬੂਝ ਨਾਲੋਂ ਤਿੱਖੀ ਹੀ ਨਹੀਂ ਹੁੰਦੀ, ਇਹ ਜਾਗਦੀ ਵੀ ਪਹਿਲਾਂ ਹੈ। ਜੇ ਤੁਹਾਨੂੰ ਕੋਈ ਮੂਰਖ ਸਮਝਦਾ ਹੈ ਤਾਂ ਬੁਰਾ ਨਾ ਮਨਾਓ, ਸਿਆਣਿਆਂ ਵਾਂਗ ਵਿਹਾਰ ਕਰਕੇ ਉਸ ਦਾ ਭੁਲੇਖਾ ਦੂਰ ਕਰ ਦਿਓ। ਵਿਦੇਸ਼ ਜਾਂਦੇ ਇਕੱਲੇ ਜਵਾਨ ਨੂੰ ਸਾਰੇ ਹੱਥ ਹਿਲਾ-ਹਿਲਾ ਕੇ ਵਿਦਾ ਕਰਦੇ ਹਨ, ਪਰ ਚੂੜੇ ਵਾਲੀ ਬਾਂਹ ਉੱਚੀ ਨਹੀਂ ਉੱਠਦੀ। ਪੁਰਸ਼ ਇਹ ਮੰਨਣ ਲਈ ਤਿਆਰ ਨਹੀਂ ਹੁੰਦਾ ਕਿ ਉਹ ਸਧਾਰਨ ਪ੍ਰੇਮੀ ਹੈ, ਸੋ ਉਹ ਆਪਣੀ ਸਧਾਰਨ ਪ੍ਰੇਮਿਕਾ ਨੂੰ ਵਡਿਆ ਕੇ ਵਿਲੱਖਣ ਸਿੱਧ ਕਰਦਾ ਹੈ। ਇਸਤਰੀ ਭੀੜ ਵਿੱਚੋਂ ਵੀ ਹੋਰਾਂ ਨੇ ਕੀ ਪਾਇਆ ਹੈ ਵੇਖ ਲੈਂਦੀ ਹੈ। ਮਨੁੱਖ ਵਿੱਚ ਇਤਨੀ ਯੋਗਤਾ ਸਮਰੱਥਾ ਹੀ ਨਹੀਂ ਕਿ ਉਹ ਬ੍ਰਹਿਮੰਡ ਦੀ ਵਿਸ਼ਾਲਤਾ ਨੂੰ ਸਮਝ ਸਕੇ, ਇਸ ਲਈ ਉਹ ਰੱਬ ਦੀ ਪੂਜਾ ਕਰਨ ਲੱਗ ਪੈਂਦਾ ਹੈ। ਤਾਨਾਸ਼ਾਹੀ ਦਾ ਸੁਭਾਅ ਅਜਿਹਾ ਹੁੰਦਾ ਹੈ ਕਿ ਸ਼ੁਰੂ ਵਿੱਚ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਪ੍ਰਤੀਤ ਹੁੰਦੀ ਹੈ, ਪਰ ਵਕਤ ਦੇ ਬੀਤਣ ਨਾਲ ਇਹ ਸਾਰੀਆਂ ਮੁਸੀਬਤਾਂ ਦਾ ਕਾਰਨ ਬਣ ਜਾਂਦੀ ਹੈ। ਅਮੀਰ ਬੰਦੇ ਕੰਮ ਨਹੀਂ ਤਿਆਗਦੇ, ਉਹ ਪਹਿਲਾਂ ਨਾਲੋਂ ਵੀ ਵਧੇਰੇ ਕੰਮ ਕਰਕੇ ਆਪਣੇ ਸੰਪਰਕ ਵਿੱਚ ਆਉਣ ਵਾਲਿਆਂ ਨੂੰ ਵੀ ਅਮੀਰ ਬਣਾ ਦਿੰਦੇ ਹਨ। ਇੱਕ ਦੂਜਿਆਂ ਦਾ ਕਮਾਇਆ ਪੈਸਾ ਖਰਚਦੇ ਹਨ ਬੱਚੇ, ਚੋਰ ਅਤੇ ਸਰਕਾਰ। ਇਹ ਦੂਜਿਆਂ ਦਾ ਕਮਾਇਆ ਪੈਸਾ ਖਰਚਦੇ ਹਨ ਬੱਚੇ, ਚੋਰ ਅਤੇ ਸਰਕਾਰ। ਪਿਆਰ ਮਾਨਸਿਕ ਖੇਡ ਹੁੰਦੀ ਹੈ, ਸੰਭੋਗ ਸਰੀਰਕ ਦੰਗਲ ਹੁੰਦਾ ਹੈ। ਸ਼ੀਸ਼ੇ ਦੀ ਮਜਬੂਰੀ ਹੈ ਹਰ ਕਿਸੇ ਨੂੰ ਤੱਕਣਾ ਪਰ ਕੁਝ ਨਾ ਕਹਿਣਾ। ਪਹਿਲਾਂ ਕਿਹਾ ਜਾਂਦਾ ਸੀ ਜੋ ਮਾਂ ਬੋਲੀ ਨੂੰ ਭੁੱਲ ਜਾਵੇਗਾ ਉਹ ਕੱਖਾਂ ਵਾਂਗ ਰੁਲ ਜਾਵੇਗਾ। ਹੁਣ ਦੀ ਬਦਲੀ ਹੋਈ ਸਥਿਤੀ ਦੱਸਦੀ ਹੈ ਕਿ ਕੇਵਲ ਮਾਂ ਬੋਲੀ ਨੂੰ ਜਾਣਨ ਵਾਲੇ ਰੁਲ ਰਹੇ ਹਨ। ਹਰ ਕੋਈ ਜ਼ਿੰਦਗੀ ਨੂੰ ਲੰਮੀ ਚੌੜੀ ਕਰਨ ਵਿੱਚ ਲੱਗਿਆ ਹੋਇਆ ਹੈ, ਡੂੰਘਾ ਕਰਨ ਬਾਰੇ ਕੋਈ ਨਹੀਂ ਸੋਚ ਰਿਹਾ। ਜੀਵਨ ਦੇ ਇੱਕ ਪੜਾਅ ਤੇ ਵਾਲਾਂ ਵਿੱਚ ਕਾਲੀ ਮਿਰਚ ਨਾਲੋਂ ਚਿੱਟਾ ਲੂਣ ਵਧੇਰੇ ਦਿਸਣ ਲੱਗ ਪੈਂਦਾ ਹੈ। ਤਲਾਕ ਦੇ ਮੁਕੱਦਮੇ ਵਿੱਚ ਦੋਹਾਂ ਵਿਚਕਾਰ ਆਰੀ ਚੱਲਣ ਲੱਗ ਪੈਂਦੀ ਹੈ। ਕਈ ਰੱਬ ਨੂੰ ਯਾਦ ਕਰਦੇ ਹਨ ਕਿ ਕਿਧਰੇ ਉਹਨਾਂ ਨੂੰ ਰੱਬ ਹੀ ਨਾ ਯਾਦ ਕਰ ਲਵੇ। ਭਰਾ ਨਹਾਉਂਦਾ ਹੈ ਬੁਲਟ ਮੋਟਰਸਾਈਕਲ ਨੂੰ, ਭੈਣ ਨਹਾਉਂਦੀ ਹੈ ਮੱਝ ਨੂੰ। ਸਿਰ ਤੇ 12 ਇੱਟਾਂ ਚੁੱਕੀ ਮਜ਼ਦੂਰ ਔਰਤ ਮਾਲਕ ਨੂੰ ਪੁੱਛਦੀ ਹੈ, ਸਾਹਿਬ ਜੀ 5 ਕਬ ਬਜੇਂਗੇ। ਨੂੰਹਾਂ ਪੁੱਤਰਾਂ ਦੀ ਰੌਣਕ ਵਿੱਚ ਮਾਪੇ ਓਪਰੇ ਦਿਸਣ ਲੱਗ ਪੈਂਦੇ ਹਨ। ਕਰਜ਼ੇ ਨਾਲ ਲਿਆ ਘਰ ਨਿੱਘਾ ਨਹੀਂ ਹੁੰਦਾ। ਸ਼ਰਾਬੀ ਛੜੇ ਦੀ ਨਵ ਵਿਆਹੇ ਜੋੜੇ ਨੂੰ ਵੇਖ ਕੇ ਟਿੱਪਣੀ, ਪਊਏ ਵਰਗਾ ਬੰਦਾ ਪੂਰੀ ਬੋਤਲ ਵਰਗੀ ਨਾਰ ਲਈ ਜਾਂਦਾ ਹੈ। ਜਦੋਂ ਵੱਲਭ ਭਾਈ ਪਟੇਲ ਨੇ ਭਾਰਤੀ ਰਿਆਸਤਾਂ ਨੂੰ ਦੇਸ਼ ਵਿੱਚ ਰਲਾਇਆ ਤਾਂ ਉਸਨੇ ਕਿਹਾ ਸੀ, ਰਾਜਕੁਮਾਰਾਂ ਤੋਂ ਅਸੀਂ ਸ਼ਾਹਾਨਾ ਜੀਵਨ ਖੋਹ ਰਹੇ ਹਾਂ, ਪਰ ਨਾਲ ਹੀ ਅਸੀਂ ਉਹਨਾਂ ਨੂੰ ਮਰਦ ਬਣਨ ਦਾ ਅਵਸਰ ਵੀ ਦੇ ਰਹੇ ਹਾਂ। ਜਦੋਂ ਮਨੁੱਖ ਵਿੱਚ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਵੇਖਣ ਦੀ ਇੱਛਾ ਮੁੱਕ ਜਾਂਦੀ ਹੈ ਤਾਂ ਉਹ ਸੰਸਾਰ ਤੋਂ ਵੀ ਉਪਰਾਮ ਹੋਣ ਲੱਗ ਪੈਂਦਾ ਹੈ। ਜੇ ਪਤਨੀ ਅਧਿਆਪਕਾ ਹੋਵੇਗੀ ਤਾਂ ਪਤੀ ਨੂੰ ਕੁਝ ਸਬਕ ਤਾਂ ਸਿੱਖਣੇ ਹੀ ਪੈਣਗੇ।
ਪ੍ਰੇਮੀ ਪ੍ਰੇਮਿਕਾ ਇੱਕ ਦੂਜੇ ਦਾ ਅੰਧ ਵਿਸ਼ਵਾਸ ਹੁੰਦੇ ਹਨ। ਸਰਕਾਰੀ ਸਕੂਲਾਂ ਦੇ ਬੱਚੇ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਨਾ ਚਾਹੁੰਦੇ ਹਨ ਅਤੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕ ਸਰਕਾਰੀ ਸਕੂਲਾਂ ਵਿੱਚ ਲੱਗਣਾ ਚਾਹੁੰਦੇ ਹਨ। ਕਈ 4/5 ਰਿਸ਼ਤੇਦਾਰ ਹੁੰਦੇ ਹਨ। 3/4 ਦੋਸਤ ਹੁੰਦੇ ਹਨ। ਅੱਧੇ ਕੁ ਪਤੀ ਹੁੰਦੇ ਹਨ। ਪੂਰੇ ਉਹ ਕੁਝ ਵੀ ਨਹੀਂ ਹੁੰਦੇ। ਪੁਰਸ਼ ਖੁੱਲ੍ਹ ਕੇ ਗੱਲਾਂ ਸਧਾਰਨ ਇਸਤਰੀ ਨਾਲ ਹੀ ਕਰਦਾ ਹੈ। ਸੋਹਣੀ ਇਸਤਰੀ ਨੂੰ ਤਾਂ ਉਹ ਵੇਖਦਾ ਹੀ ਹੈ। ਜਾਤ ਪਾਤ ਦਾ ਲਾਭ ਉੱਪਰਲੀਆਂ 3 ਜਾਤਾਂ ਨੂੰ ਹੋਇਆ ਸੀ। ਉਹੀ ਜਾਤ ਪਾਤ ਦੇ ਪੱਖ ਵਿੱਚ ਸਨ। ਵਿਰੋਧ ਸੁੰਦਰਾਂ ਨੇ ਹੀ ਕੀਤਾ ਸੀ, ਕਿਉਂਕਿ ਹਰ ਕੋਈ ਹਰ ਥਾਂ ਉਹਨਾਂ ਨੂੰ ਹੀ ਲੁੱਟਦਾ ਸੀ। ਸੌਣ ਲਈ ਸਿਰਹਾਣਾ ਕਿਹੜਾ ਹੈ, ਧਰਮ ਦਾ ਜਾਂ ਵਿਗਿਆਨ ਦਾ? ਦੋਹਾਂ ਤੇ ਨੀਂਦਰ ਵੱਖਰੀ ਕਿਸਮ ਦੀ ਆਉਂਦੀ ਹੈ। ਅੰਧ ਵਿਸ਼ਵਾਸਾਂ ਤੇ ਹਮਲਾ ਸਿੱਖਿਆ ਪ੍ਰਣਾਲੀ ਕਰਦੀ ਹੈ। ਜੇ ਕਿਸੇ ਸਮੱਸਿਆ ਬਾਰੇ ਕੋਈ ਪੁਰਸ਼ ਕਹੇ ਕਿ ਇਸ ਬਾਰੇ ਮੈਂ ਸੋਚਾਂਗਾ, ਤਾਂ ਉਸ ਦਾ ਅਰਥ ਹੁੰਦਾ ਹੈ ਕਿ ਮੈਂ ਆਪਣੀ ਪਤਨੀ ਨੂੰ ਪੁੱਛਾਂਗਾ। ਪਤੀ ਪਤਨੀ ਦੇ ਰਿਸ਼ਤੇ ਵਿੱਚ ਰੁੱਸਣਾ, ਮੰਨਣਾ, ਲੜਨਾ, ਝਗੜਨਾ ਸਭ ਕੁਝ ਸੰਭੋਗ ਵਾਂਗ ਹੀ ਸੁਭਾਵਿਕ ਹੁੰਦਾ ਹੈ। ਫੁੱਲਾਂ ਦਾ ਕੰਮ ਖਿੜਨਾ ਹੁੰਦਾ ਹੈ, ਭਾਵੇਂ ਕਬਰ ਹੋਵੇ, ਭਾਵੇਂ ਬਾਗ। ਚੰਗੇ ਮੌਕੇ ਦੁਬਾਰਾ ਨਹੀਂ ਮਿਲਦੇ, ਭੈੜੇ ਮਿਲਦੇ ਰਹਿੰਦੇ ਹਨ। ਪਰਮਾਤਮਾ 2 ਵਾਰੀ ਦੰਦ ਮੁਫ਼ਤ ਦਿੰਦਾ ਹੈ, ਤੀਜੀ ਵਾਰੀ ਪੈਸੇ ਦੇ ਕੇ ਦੰਦ ਸਾਜ਼ ਤੋਂ ਲਗਵਾਏ ਜਾਂਦੇ ਹਨ। ਚਿਹਰਾ ਜਿੰਦਰੇ ਵਾਂਗ ਸਖਤ ਨਹੀਂ ਹੋਣਾ ਚਾਹੀਦਾ। ਖੋਹ ਕੇ ਖਾਣ ਵਾਲੇ ਕਦੇ ਨਹੀਂ ਰੱਜਦੇ, ਵੰਡ ਕੇ ਖਾਣ ਵਾਲੇ ਭੁੱਖੇ ਨਹੀਂ ਰਹਿੰਦੇ। ਗ੍ਰੰਥਾਂ ਦੇ ਪਾਠੀ ਤਾਂ ਅਨੇਕਾਂ ਹੁੰਦੇ ਹਨ, ਪਰ ਪਾਠਕ ਕੋਈ ਕੋਈ ਹੁੰਦਾ ਹੈ। ਕੁੱਕੜ ਵਰਗੇ ਚੁਸਤ ਅਤੇ ਮੋਰ ਵਰਗੇ ਰਾਂਗਲੇ ਵਿਅਕਤੀ ਇਸਤਰੀ ਨੂੰ ਪਿਆਰ ਨਹੀਂ ਕਰਦੇ, ਉਸ ਨੂੰ ਉਧਾਲਦੇ ਹੀ ਹਨ। ਗ੍ਰੰਥਾਂ ਅੱਗੇ ਅਸੀਂ ਇਹਨਾਂ ਦੀ ਜੀਵਨ ਪੱਖੀ ਸੋਚ ਕਾਰਨ ਝੁਕਦੇ ਹਾਂ। ਲਿਪਸਟਿਕ ਬਣਾਉਣ ਵਾਲੇ ਵੇਚਦੇ ਸੋਹਣੀਆਂ ਮੁਸਕਰਾਹਟਾਂ ਹਨ। ਅਗਰਬੱਤੀਆਂ ਬਣਾਉਣ ਵਾਲੇ ਸ਼ਰਧਾ ਵੇਚਦੇ ਹਨ। ਜੇ ਵਿਕਾਸ ਲਈ ਭਾਰਤ ਆਤਮਕ ਸਾਧਨ ਹੀ ਵਰਤਦਾ ਰਹੇਗਾ, ਇਹ ਗਰੀਬ ਹੀ ਰਹੇਗਾ। ਖੁਸ਼ਹਾਲ ਇਹ ਵਿਗਿਆਨਕ ਸਾਧਨ ਵਰਤ ਕੇ ਹੀ ਹੋਵੇਗਾ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।